ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਭਾਗ ਸਤਵਾਂ ਪੌੜੀ ਤੀਜੀ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ, ਕਥਨਾ ਕਥੀ ਨਾ ਆਵੇ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਹੀ ਖਾਏ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੇ ਬੇਪਰਵਾਹ। ਇੱਥੇ ਸਤਿਗੁਰ ਕੀ ਸਮਝਾਉਂਦੇ ਆਪਾਂ ਨੂੰ? ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਤਾਣ ਤੋਂ ਭਾਵ ਸ਼ਕਤੀ। ਗਾਉਂਦੇ ਨੇ ਕੁਦਰਤ ਦੇ ਜਸ, ਸਾਰਾ ਸੰਸਾਰ ਹੀ ਗਾਉਂਦਾ ਹੈ। ਉਸਤਤ ਕਰੇ ਅਨੇਕ ਜਨ, ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨੇਕ ਪ੍ਰਕਾਰ। ਜਿਵੇਂ ਜਿਵੇਂ ਕੁਦਰਤ ਨੇ ਇਹ ਸਿਰਜੀ ਹੈ ਰਚਨਾ, ਆਪਣੀ ਆਪਣੀ ਮੱਤ ਅਨੁਸਾਰ ਜੀਵ ਉਹਨੂੰ ਗਾ ਰਹੇ ਨੇ। ਪਰ ਇੱਥੇ ਗੁਰਮਤਿ ਦੇ ਵਿੱਚ ਆਪਾਂ ਨੂੰ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਪਤਾ ਚੱਲਦਾ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਿਨਾਂ ਕੁਦਰਤ ਦਾ ਦਰਸ਼ਨ ਨਹੀਂ ਹੁੰਦਾ। ਗੁਣਾਂ ਦੀ ਵਿਚਾਰ ਕਰਦੀ ਹੈ ਬਾਣੀ, ਕੋ ਨਾਨਕ ਕਰਤੇ ਕੀਆਂ ਬਾਤਾਂ, ਗੁਣ ਵਿਚਾਰੇ ਗਿਆਨੀ ਸੋਏ, ਗੁਣਮੇ ਗਿਆਨ ਪ੍ਰਾਪਤ ਹੋਏ। ਇਹ ਪ੍ਰਾਪਤੀ ਹੁੰਦੀ ਹੈ ਭਾਈ ਉਹ ਗੁਰਸਿੱਖਾਂ ਨੂੰ ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਨੇ। ਇਹ ਗੁਣਾਂ ਦੀ ਵਿਚਾਰ ਹੈ। ਗੁਣਾਂ ਤੋਂ ਹੀ ਆਦਿ ਸ਼ੁਰੂ ਹੁੰਦਾ ਹੈ। ਪਿੱਛੇ ਆਪਾਂ ਵਿਚਾਰੇ 8 ਗੁਣ, ਇੱਕ ਦਾ ਆਪਾਂ ਨੂੰ ਬਾਣੀ ਗਿਆਨ ਕਰਾਉਂਦੀ ਹੈ। ਪਰ ਕੁਦਰਤ ਦਾ ਜਸ ਕਰ ਲੈਣਾ ਸਾਡੀ ਮਨਬੁੱਧੀ ਦਾ ਵਿਸ਼ਾ ਨਹੀਂ। ਸਤਿਗੁਰੂ ਸਮਝਾਉਂਦੇ ਨੇ, ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਜਿਹੜੇ ਸਮਝ ਕੇ ਗੁਣਾਂ ਦੀ ਪ੍ਰਾਪਤੀ ਕਰਕੇ ਉਹਦਾ ਜਸ ਕਰਦੇ ਨੇ, ਉਹਦੀ ਤਾਣ ਸ਼ਕਤੀ ਨੂੰ ਜਾਣ ਲੈਂਦੇ ਨੇ। ਜਿਹੜੀ ਚੀਜ਼ ਆਪਾਂ ਨੂੰ ਅੱਖਾਂ ਨਾ ਦੀਂਦੀ ਨਹੀਂ, ਇਹ ਕੰਨਾਂ ਨਾਲ ਸੰਸਾਰੀ ਸੁਣੀ ਨਹੀਂ ਜਾਂਦੀ, ਫਿਰ ਉਹਦਾ ਜਸ ਆਪਾਂ ਕਿਵੇਂ ਕਰ ਸਕਦੇ ਹਾਂ? ਬਿਨ ਦੇਖਿਆ ਉਪਜੇ ਨਹੀਂ ਆਸਾ। ਜਿਹੜੀ ਚੀਜ਼ ਸਾਨੂੰ ਅੱਖਾਂ ਨਾਲ ਦੀਂਦੀ ਨਹੀਂ, ਉਹਦੀ ਇੱਛਾ ਹੀ ਨਹੀਂ ਪੈਦਾ ਹੋ ਸਕਦੀ। ਪਰ ਫਿਰ ਵੀ ਸੰਸਾਰ ਦੇ ਵਿੱਚ ਪ੍ਰਚਲਿਤ ਮੱਤਾਂ ਜੋ ਅਸੀਂ ਕਰਦੇ ਆਏ, ਸਰੀਰ ਕਰਕੇ ਭਗਤੀਆਂ 'ਚ ਹੰਕਾਰ ਜ਼ਰੂਰ ਪੈਦਾ ਹੋ ਗਿਆ। ਕੁਦਰਤ ਦੇ ਜਸ ਤੋਂ ਅਸੀਂ ਵਾਂਝੇ ਰਹਿ ਗਏ। ਹੁਣ ਆਪਾਂ ਇਹ ਵਿਚਾਰਧਾਰਾ ਨਾਲ ਜੁੜ ਕੇ ਇਹ ਗੁਣਾਂ ਦੀ ਗਹਿਰਾਈ ਨੂੰ ਜਾਣਨਾ। ਇਹੀ ਭਗਤੀ ਹੈ ਸੰਸਾਰ ਤੋਂ ਵੱਖਰੀ। ਸਾਚੀ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ, ਅੰਡਜ ਜੇਰਜ ਸੇਤਜ ਉਤਪਜ ਤੇਰੇ ਕੀਤੇ ਜਾਣ। ਤਾਂ ਕਿਵੇਂ ਉਹਨੇ ਸਾਰਾ ਕੁਛ ਬਣਾਇਆ? ਕੋਈ ਵੀ ਜੀਵ ਜਦੋਂ ਗੁਰਮਤਿ ਵਿਚਾਰਧਾਰਾ 'ਤੇ ਲੱਗਦਾ ਹੈ, ਉਹਨੂੰ ਵਿਚਾਰਦਾ ਗੁਣਾਂ 'ਚ ਸਮਾ ਜਾਂਦਾ ਹੈ। ਇਹ ਸਭ ਤੋਂ ਇੱਕ ਵੱਖਰੀ ਭਗਤੀ ਹੈ ਸੰਸਾਰ ਤੋਂ। ਭਗਤਾਂ ਤਾਂ ਸੰਸਾਰੀਆਂ ਜੋੜ ਕਦੇ ਨਾ ਆਈਆਂ। ਇਹ ਗੁਣਾਂ ਦੀ ਪ੍ਰਾਪਤੀ ਕਰਨੀ ਆਪਾਂ। ਭੈ ਤੋਂ ਮੁਕਤੀ, ਨਿਰਵੈਰ ਸੰਸਾਰ ਦਾ ਵੈਰ ਵਿਰੋਧ ਖਤਮ, ਕਾਲ ਤੋਂ ਮੁਕਤ, ਕਾਲ ਮੂਰਤ, ਅਜੂਨੀ। ਹੁਣ ਅਸੀਂ ਜੂਨੀ 'ਚ ਹੈ, ਇਹ ਜੂਨੀ 'ਚ ਰਹਿੰਦੇ ਰਹਿੰਦੇ ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਚਾਰਾਂ ਦੇ ਵਿੱਚ ਸੰਸਾਰ ਪੈਦਾ ਕੀਤਾ ਹੈ ਕੁਦਰਤ ਨੇ। ਸੰਸਾਰ ਦੇ ਵਿੱਚ ਕੋਈ ਕਿਸੇ ਨੂੰ ਕਿੱਡਾ ਕੁ ਮੰਨੀ ਜਾਵੇ, ਆਪਦੇ ਆਪ ਨੂੰ ਕਿੱਡਾ ਵੀ ਰੁਤਬਾ ਪ੍ਰਾਪਤ ਵੱਡਾ ਕਰਕੇ ਉਹ ਸੰਸਾਰ 'ਚ ਵਡਿਆਈ ਕਰਵਾ ਲਵੇ, ਪਰ ਉਹ ਗੁਣਾਂ ਦਾ ਧਾਰਨੀ ਨਹੀਂ ਹੁੰਦਾ ਹੈਗਾ, ਭੈ ਤੋਂ ਮੁਕਤ ਨਹੀਂ ਹੁੰਦਾ ਹੈਗਾ। ਇੱਥੇ ਆਪਾਂ ਨੂੰ ਭੈ ਤੋਂ ਮੁਕਤੀ ਮਿਲਣੀ ਹੈ ਉਹਦੇ ਚਰਨਾਂ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ।
ਉਹ ਫਿਰ ਗੁਣ ਗਾਉਂਦੇ ਨੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਜਿਹੜੇ ਗਾਉਂਦੇ ਨੇ ਉਹਨੂੰ ਸਮਝ ਕੇ, ਤਾਣ ਤੋਂ ਭਾਵ ਸ਼ਕਤੀ, ਕਿਵੇਂ ਤਾਣਾ ਸਾਰਾ ਉਲਝਿਆ ਹੈ। ਦੇਖੋ ਸਾਰਿਆਂ ਨੂੰ ਬੰਨ੍ਹ ਕੇ ਰੱਖਿਆ, ਸਗਲ ਸਮੱਗਰੀ ਆਪਣੇ ਸੂਤਰਧਾਰੀ, ਉਹਨੂੰ ਦੇਖ ਲੈਣਾ ਦਿਵ ਦ੍ਰਿਸ਼ਟੀ ਨਾਲ। ਕੋਈ ਵੀ ਹੋ ਸਕਦਾ ਵਾ, ਉਹਨਾਂ 'ਚ ਵੀ ਉਹ ਸ਼ਕਤੀਆਂ ਪੈਦਾ ਹੋ ਜਾਂਦੀਆਂ, ਉਹਨਾਂ ਨੂੰ ਵੀ ਉਹ ਅਕਲ ਭਾਵ ਬੁੱਧੀ ਜਿਹਨੇ ਸ੍ਰਿਸ਼ਟੀ ਸਾਜੀ ਹੈ ਪ੍ਰਾਪਤੀ ਹੋ ਜਾਂਦੀ ਹੈ। ਕਿ ਸਤਿਗੁਰ ਕੀ ਸਮਝਾਉਂਦੇ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਉਹਦੀਆਂ ਦਾਤਾਂ ਕਰਕੇ ਗਾਉਂਦੇ ਨੇ, ਕੋਈ ਮਾਇਆ ਕਰਕੇ ਗਾਉਂਦਾ। ਅਸਲੀ ਦਾਤ ਉਹਦੀ ਕੀ ਹੈ? ਨਿਸ਼ਾਨ, ਸੱਚ, ਨਾਮ। ਮਾਇਆ ਦਾ ਗਿਆਨ ਸਾਡਾ ਜਦੋਂ ਕਾਲ ਆਉਂਦਾ ਇਹ ਛਲਿਆ ਜਾਂਦਾ ਹੈ। ਇਹ ਨਿਸ਼ਾਨ ਹੈ, ਨਿਸ਼ਾਨ ਹੁੰਦਾ ਹੈ ਜਿਹੜਾ ਸਣਿਆ ਨਾ ਜਾਵੇ, ਇਹ 'ਤੇ ਕਿਸੇ ਚੀਜ਼ ਦਾ ਅਸਰ ਨਾ ਹੋਵੇ। ਉਹ ਕੀ ਹੈ? ਸੱਚ। ਸੱਚ ਪੁਰਾਣਾ ਹੋਵੇ ਨਹੀਂ, ਸੱਚ ਹਮੇਸ਼ਾ ਹੀ ਰਹਿੰਦਾ ਹੈ, ਆਤਮਾ ਹਮੇਸ਼ਾ ਹੀ ਰਹਿੰਦੀ ਹੈ। ਸੱਚ ਦਾ ਦਰਸ਼ਨ ਕਰਨਾ ਆਪਾਂ, ਇਹ ਦਾਤ ਨੂੰ ਵੀ ਕੋਈ ਇਹ ਜਾਣਦਾ ਹੈ। ਕੌਣ ਜਾਣਦੇ ਨੇ? ਜਿਹੜੇ ਉਹਦੇ ਗੁਣ ਗਾਉਂਦੇ ਨੇ ਸਮਝ ਕੇ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਜਿਹੜੀ ਸੰਸਾਰੀ ਦਾਤਾਂ ਨੇ ਉਹ ਵੀ ਉਹਦੀ ਕਿਰਪਾ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ, ਜਿਸ ਤਨ ਕੋ ਚਾਰ ਕੋ ਟੁੱਟਤਾ ਹੋਵੇ, ਸੋ ਤਨ ਹਰ ਸੇਵਾ ਤੇ ਪਾਵੇ। ਉਹ ਵੀ ਤਾਂ ਉਹਦਾ ਹੁਕਮ ਹੀ ਹੈ ਭਾਈ। ਸੰਸਾਰੀ ਮਾਇਆ, ਸੰਸਾਰੀ ਵਡਿਆਈ, ਸਾਰਾ ਕੁਛ ਹੀ ਉਹਦਾ ਹੈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਸਾਰਾ ਕੁਛ ਤਾਂ ਉਹਨੇ ਬਣਾਇਆ, ਜਿਹਨੇ ਬਣਾਇਆ ਉਹਦਾ ਹੀ ਹੈ ਭਾਈ। ਫਿਰ ਉਹਦਾ ਹੀ ਜਸ ਕਰਨਾ ਚਾਹੀਦਾ, ਪਰ ਅਸੀਂ ਨਹੀਂ ਕਰ ਸਕਦੇ। ਸਾਨੂੰ ਸੱਚ ਦਾ ਗਿਆਨ ਹੋਊ, ਫਿਰ ਅਸੀਂ ਉਹਦਾ ਜਸ ਕਰਾਂਗੇ। ਗਾਵੇ ਕੋ ਗੁਣ ਵਡਿਆਈਆਂ ਚਾਰ, ਉਹਦੇ ਚਰਨ ਨੂੰ ਗਾਉਂਦੇ ਨੇ ਆਪਦੀ ਮਤ ਅਨੁਸਾਰ। ਹੈਰਾਨ ਕਰਨ ਦੇਣ ਵਾਲੀ ਇਹ ਸੰਸਾਰ ਦੀ ਵਿਧੀ, ਕਿਵੇਂ ਕਿਵੇਂ ਜੀਵ ਆਉਂਦਾ ਹੈ, ਕਿਵੇਂ ਕਿਵੇਂ ਜੀਵ ਜਾਂਦਾ ਹੈ। ਜਿੰਨੀ ਕਿਸੇ ਨੂੰ ਮੱਤ ਹੁੰਦੀ ਹੈ ਉਨੀ ਕੀ ਸਮਝ ਆਉਂਦੀ। ਆਪ ਆਪਣੀ ਬੁੱਧ ਹੈ ਜੇਤੀ, ਵਰਨ ਪਿੰਡ ਪਿੰਡ ਤੂੰ ਹੈ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਵਿਦ ਸਜਾ ਪ੍ਰਥਮ ਸੰਸਾਰਾ। ਪਹਿਲਾਂ ਤੋਂ, ਪ੍ਰਥਮ ਤੋਂ ਭਾਵ ਪਹਿਲਾਂ ਤੋਂ ਕਿਵੇਂ ਕੁਦਰਤ ਨੇ ਬਣਾਇਆ ਇਹਨੂੰ ਕੋਈ ਨਹੀਂ ਜਾਣਦਾ। ਝੂਠ ਜਿੰਨਾ ਕੋਈ ਮਰਜ਼ੀ ਬੋਲੀ ਜਾਵੇ, ਮਨ ਦਾ ਸੁਭਾਅ ਆ ਝੂਠ ਬੋਲਣਾ। ਉਹਦੇ ਚਰਨ ਨੂੰ ਗਾਉਂਦੇ ਨੇ, ਜਸ ਕਰਦੇ ਨੇ ਜਿੰਨੀ ਕਿਸੇ ਨੂੰ ਕੁਦਰਤ ਨੇ ਮੱਤ ਬਖਸ਼ੀ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਵਿਖਮ ਹੁੰਦਾ ਔਖਾ। ਵਿਖਮ ਤੋਂ ਭਾਵ ਕਠਨ। ਕਿਉਂ ਕਠਨ ਹੈ ਭਾਈ? ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ। ਅਸੀਂ ਕੁਦਰਤ ਨੂੰ ਜਾਣ ਲਈ, ਉਹ ਨਿਰਾਕਾਰ ਦੁਨੀਆ ਨੂੰ, ਭਾਵ ਧਿਆਨ ਦੀ ਦੁਨੀਆ ਨੂੰ, ਜਦੋਂ ਅਸੀਂ ਇਹ ਵਿਚਾਰਧਾਰਾ ਨਾਲ ਜੁੜਦੇ ਹਾਂ, ਸਾਡੇ ਅੰਦਰ ਗਿਆਨ ਪੈਦਾ ਹੁੰਦਾ ਗੁਰੂ ਸ਼ਬਦ ਤੋਂ। ਉਹ ਫਿਰ ਗਿਆਨ ਹੀ ਧਿਆਨ ਬਣਦਾ। ਉਹ ਧਿਆਨ ਨਾਲ ਦੇਖਿਆ ਜਾਂਦਾ ਹੈ। ਉਹ ਕੋਈ ਵੀ ਕਰ ਸਕਦਾ ਹੈ, ਪਰ ਜਦੋਂ ਅਸੀਂ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜੇ ਹੀ ਨਹੀਂ, ਸਾਨੂੰ ਕਿਵੇਂ ਉਹ ਗਿਆਨ ਹੋਊ? ਫਿਰ ਗਿਆਨ ਨਹੀਂ ਹੋਇਆ, ਧਿਆਨ ਕਿਵੇਂ ਹੋਊਗਾ? ਪਰ ਫਿਰ ਵੀ ਅਸੀਂ ਜਦੋਂ ਜਹਿ 'ਚ ਲੱਗੇ, ਹੱਠ ਜੋਗ ਭਗਤੀਆਂ ਕਰਦੇ ਰਹੇ, ਅਨੇਕਾਂ ਭਗਤੀਆਂ ਨੇ ਜਨਮ ਲਏ, ਪਰ ਫਿਰ ਨਾਮ ਤੋਂ ਵਾਂਝੇ ਰਹਿ ਗਏ। ਗਾਉਂਦੇ ਨੇ ਵਿਖਮ ਤੋਂ ਭਾਵ ਕਠਨ, ਕਿਵੇਂ ਜੀਵ ਜਨਮ ਲੈਂਦਾ ਹੈ, ਕਿਵੇਂ ਮਿੱਟੀ ਦਾ ਪੁਤਲਾ ਭੱਜਿਆ ਫਿਰਦਾ, ਪਰ ਸਮਝ ਤੋਂ ਪਰੇ ਹੈ। ਕਿਵੇਂ ਆਉਂਦਾ ਹੈ, ਕਿਵੇਂ ਚਲਿਆ ਜਾਂਦਾ ਹੈ। ਜੀਵ ਸਾਹ ਲੈਣ ਲੱਗ ਜਾਂਦਾ, ਅਸੀਂ ਖੁਸ਼ ਹੋ ਜਾਂਦੇ ਹਾਂ। ਸਾਹ ਬੰਦ ਹੁੰਦਾ, ਅਸੀਂ ਰੋਣ ਲੱਗ ਜਾਂਦੇ ਹਾਂ। ਇੰਨੀ ਕਿ ਸਾਡੀ ਮੱਤ ਹੁੰਦੀ ਹੈ। ਗਾਵੇ ਕੋ ਸਾਜ ਕਰੇ ਤਨਖੇ, ਇੰਨੀ ਦ੍ਰਿਸ਼ਟੀ ਵਾਲੇ ਵੀ ਹੈਗੇ, ਗਾਉਂਦੇ ਨੇ ਪਤਾ ਨਹੀਂ ਕਿਵੇਂ ਇਹ ਸਾਜ ਦਿੰਦਾ ਹੈ ਸਰੀਰ ਨੂੰ, ਕਿਵੇਂ ਖੇ ਹੋ ਜਾਂਦਾ ਹੈ। ਇਹ ਵੀ ਸਾਡੀ ਪਕੜ ਤੋਂ ਪਰੇ ਹੈ। ਗਾਵੇ ਕੋ ਜੀ ਲੈ ਫਿਰਦੇ, ਕਿਵੇਂ ਆ ਜਾਂਦਾ ਹੈ, ਕਿਵੇਂ ਚਲਿਆ ਜਾਂਦਾ ਹੈ। ਆਬਤ ਕਿੰਨੇ ਨਾ ਦੇਖਿਓ ਜਾਬਤ, ਜਦੋਂ ਆਉਂਦਾ ਨਹੀਂ ਦੇਖਿਆ ਕਿਸੇ ਨੇ, ਜਾਂਦਾ ਕਿਵੇਂ ਦਿਖੂ ਭਾਈ? ਇਹ ਨਿਰਾਕਾਰ ਭਾਵ ਆਕਾਰ ਤੋਂ ਰਹਿਤ, ਸਾਡੀ ਮਨਬੁੱਧੀ ਦਾ ਵਿਸ਼ਾ ਨਹੀਂ। ਉਹੀ ਤਾਂ ਆਪਾਂ ਦ੍ਰਿਸ਼ਟੀ ਲੈਣੀ ਹੈ। ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕੋ ਪਈਏ ਰੇ। ਇੱਥੇ ਕਿਸੇ ਨੇ ਨਹੀਂ ਪਿਆ ਰਹਿਣਾ। ਸੰਸਾਰੀ ਜੀਵਨ, ਸਾਨੂੰ ਸੱਚ ਦਾ ਗਿਆਨ ਨਹੀਂ ਹੁੰਦਾ। ਅਸੀਂ ਦੇਖਦੇ ਹਾਂ, ਇੱਛਾ ਪੈਦਾ ਕਰ ਲੈਂਦੇ। ਇਹ ਪੇਖਣਾ ਕਹਿੰਦੀ ਹੈ ਬਾਣੀ। ਪੇਖਣਾ ਹੁੰਦਾ ਦਿਵ ਦ੍ਰਿਸ਼ਟੀ, ਉਹ ਤਾਂ ਫਿਰ ਆਪਾਂ ਨੂੰ ਗੁਰਮਤਿ 'ਚੋਂ ਮਿਲਣੀ ਆ ਭਾਈ। ਆਨੰਦ ਸਾਹਿਬ ਸਤਿਗੁਰ ਸਮਝਾਉਂਦੇ ਨੇ, ਇਹ ਨੇਤਰ ਅੰਧ ਥੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਸੱਚ ਦੇ ਗਿਆਨ ਨਾਲ ਇਹ ਦਿਵ ਦ੍ਰਿਸ਼ਟੀ ਆਪਾਂ ਨੂੰ ਮਿਲਦੀ ਹੈ, ਜਿਹਦੇ ਨਾਲ ਉਹ ਧਿਆਨ ਦੀ ਦੁਨੀਆ ਦਾ ਆਪਾਂ ਦਰਸ਼ਨ ਕਰਨਾ ਹੈ। ਜਿੱਥੋਂ ਆਤਮਾ ਟੁੱਟ ਕੇ ਆਈ, ਉੱਥੇ ਆਪਾਂ ਪਹੁੰਚਣਾ ਵਾ। ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੇ ਦਿਸੇ ਦੂਰ। ਐਸੇ ਵੀ ਗਾਉਂਦੇ ਨੇ ਕਿਤੇ ਰੱਬ ਦੂਰ ਬੈਠਾ ਹੈ। ਖਿਆਲ ਨੇ ਉਹਨਾਂ ਦੇ, ਜਿਵੇਂ ਸਲਾਮ ਦਾ ਖਿਆਲ ਹੈ ਵੀ ਜੀ ਜੰਮਦਾ ਮਰਦਾ ਹੈ ਹੀ ਨਹੀਂ, ਇੱਕ ਵਾਰੀ ਆਉਂਦਾ ਹੈ।
84 ਜੂਨੀ ਤੋਂ ਬਾਅਦ ਮਨੁੱਖਾਂ ਦੇ ਹੀ ਫਿਰ ਦਾ ਜਨਮ ਨਹੀਂ ਹੁੰਦਾ, ਵੀ ਕਬਰਾਂ ਦੇ ਵਿੱਚ ਜਿਉਂਦੇ ਪਏ ਨੇ। ਨਹੀਂ ਭਾਈ, ਉਹ ਖਿਆਲ ਹੀ ਨੇ। ਬਾਣੀ ਕੀ ਹੈ? ਸੱਚ ਦਿਖਾਉਂਦੀ ਹੈ ਆਪਾਂ ਨੂੰ ਦਿਵ ਦ੍ਰਿਸ਼ਟੀ ਨਾਲ। ਫਿਰ ਮਨ ਮੰਨਦਾ ਨਹੀਂ, ਪਹਿਲਾਂ ਮਨ ਨਹੀਂ ਮੰਨਦਾ। ਦੂਰ ਮੰਨਦੇ ਨੇ ਰੱਬ ਨੂੰ, ਕਿਤੇ ਲੱਗ ਬੈਠਾ ਹੈ ਸਵਰਗਾਂ ਦੇ ਵਿੱਚ, ਉਹ ਖਿਆਲ ਨੇ। ਗਾਵੇ ਕੋ ਵੇਖੇ ਹਾਜ਼ਰਾ ਦੂਰ, ਇਹ ਭਗਤ ਗੁਰੂ ਸਾਹਿਬਾਨਾਂ ਦਾ ਮਾਰਗ ਹੈ। ਹਾਜ਼ਰ ਵਿਚਾਰ ਕਰ ਰਹੇ ਨੇ ਕੁਦਰਤ ਨਾਲ ਜੁੜ ਕੇ, ਔਰ ਆਪਾਂ ਨੂੰ ਸਮਝਾ ਰਹੇ ਨੇ। ਜੇ ਆਪਾਂ ਇਹ ਮਾਰਗ 'ਤੇ ਚੱਲਾਂਗੇ ਫਿਰ ਹੀ ਆਪਾਂ ਨੂੰ ਦਰਸ਼ਨ ਹੋਊਗਾ। ਇੱਥੇ ਤੱਕ ਪਹੁੰਚਣ ਲਈ ਆਪਾਂ ਨੂੰ 4 ਦਰਸ਼ਨ ਕਰਨੇ ਪੈਣੇ ਆ। ਦਰਸ਼ਨ, ਪਰਸਨ, ਸਰਸਨ, ਹਰਸਨ। ਦਰਸ਼ਨ ਤੋਂ ਭਾਵ ਪਹਿਲਾ ਗਿਆਨ, ਗਿਆਨ ਦਰਸ਼ਨ। ਉਹ ਕਿਹਨੂੰ ਹੋਣਾ? ਮਨ ਬੁੱਧੀ ਨੂੰ ਗਿਆਨ ਹੋਣਾ ਹੈ। ਸੂਝਵਾਨ ਹੋ ਜਾਂਦੇ, ਫਿਰ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਆ, ਪਰਸ ਲੈਂਦੇ ਆ। ਦੂਆ ਦਰਸ਼ਨ, ਫਿਰ ਉਸ ਅਵਸਥਾ 'ਚ ਭਗਤੀ ਸ਼ੁਰੂ ਹੋ ਜਾਂਦੀ ਹੈ ਆਪਦੀ ਪ੍ਰਾਪਤੀ ਲਈ। ਫਿਰ ਖੁਸ਼ ਰਹਿੰਦੇ ਨੇ। ਸਰਸਨ, ਫਿਰ ਹਰ 'ਚ ਲੈ ਹੋ ਜਾਂਦੇ ਨੇ, ਉਹ ਚੌਥਾ। ਹਰ ਤੋਂ ਬਾਅਦ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਤੋਂ ਬਾਅਦ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਅਸੀਂ ਧਿਆਨ ਦੀ ਦੁਨੀਆ 'ਚ ਪਹੁੰਚ ਜਾਂਦੇ ਹਾਂ। ਦੇਵ ਲੋਕ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪਰ ਪ੍ਰਾਪਤੀ ਤਾਂ ਸਾਨੂੰ ਕੋਈ ਵੀ ਨਹੀਂ ਹੋਈ। ਸਰੀਰ ਕਰਕੇ ਅਸੀਂ ਪੂਰਨ ਹੋ ਗਏ, ਆਤਮਾ ਤੋਂ ਕੋਰੇ ਰਹਿ ਗਏ। ਇਹੀ ਗਲਤੀ ਕਰ ਲਈ, ਫਿਰ ਕੁਰਾਹੇ ਪੈ ਗਏ, ਫਿਰ ਜੰਮਣ ਮਰਨ ਨੂੰ ਚਲੇ ਜਾਵਾਂਗੇ। ਗਾਵੇ ਕੋ ਵੇਖੇ ਹਾਜ਼ਰਾ ਹਜ਼ੂਰ, ਹਜ਼ੂਰ ਹਾਜ਼ਰ। ਪਰ ਜਿਹਨੇ ਹਜ਼ੂਰ ਦਾ ਦਰਸ਼ਨ ਕਰਨਾ ਹੈ ਉਹ ਤਾਂ ਹਾਜ਼ਰ ਨਹੀਂ ਹੈਗਾ। ਕਬੀਰ ਮਨ ਪੰਖੀ ਪਿਓ ਦਹਿ ਦਿਸ ਉੱਡ ਜਾਏ, ਥਿਰ ਕਰ ਵੈਸੋ ਹਰ ਜਨਮ ਪਿਆਰੇ। ਸਤਿਗੁਰ ਤੁਮਰੇ ਕਾਸ ਵਾਰ। ਜਦੋਂ ਮਨ ਥਿਰ ਹੋ ਜਾਂਦਾ ਗੁਰੂ ਸ਼ਬਦ ਦੇ ਗਿਆਨ ਨਾਲ, ਫਿਰ ਹਜ਼ੂਰ ਦਾ ਦਰਸ਼ਨ ਹੁੰਦਾ ਮਨ ਬੁੱਧੀ ਕਰਕੇ, ਅੱਖਾਂ ਨਾਲ ਨਹੀਂ। ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ ਹੈਗਾ। ਗਾਵੇ ਕੋ ਵੇਖੇ ਹਾਜ਼ਰਾ ਹਦੂਰ, ਕਥਨਾ ਕਥੀ ਨਾ ਆਵੇ ਤੋਟ। ਇਹ ਕਥਨ ਤੋਂ ਪਰੇ ਹੈ। ਪਤਾ ਨਹੀਂ ਕਿੰਨਾ ਕੁ ਸੰਸਾਰ ਆਇਆ, ਦਿੰਦਾ ਦੇ ਲੈਂਦੇ ਤੱਕ ਪਾਏ, ਜੁਗਾਂ ਜੁਗਾਂਤਰ ਆਪਾਂ ਨੂੰ ਆ ਜਾਣਾ ਅੱਗੇ। ਜਦ ਦੀ ਸ੍ਰਿਸ਼ਟੀ ਸ਼ੁਰੂ ਹੋਈ ਹੈ, ਕਥਨ ਕਰਕੇ ਜਾ ਰਹੇ ਨੇ। ਜਿਹੜੇ ਸਮਝ ਲੈਂਦੇ ਨੇ ਉਹ ਸਮਾ ਜਾਂਦੇ ਨੇ। ਪਿੱਛੇ ਆਪਾਂ ਬਾਬਾ ਫਰੀਦ ਜੀ ਦੇ ਸਲੋਕ ਵਿਚਾਰੇ ਸੀ, ਨਿਵਣ ਸੋ ਖਰ ਖਬਣ ਗੁਣ ਜੇਬਾਂ ਮਣੀਆਂ ਮਤ। ਜਿਹੜੇ ਨੀਵੇਂ ਹੋ ਜਾਂਦੇ ਨੇ, ਖਬਣ ਉਹ ਸਮਾ ਜਾਂਦੇ ਨੇ। ਜੇਬਾਂ ਮਣੀਆਂ ਮਨ ਤੇ ਮਣੀਆਂ ਮਤ, ਰਤਨ ਜਵਾਹਰ ਮਾਣਕ ਵਾਲੀ, ਉਹਨਾਂ ਦੀ ਬੁੱਧੀ 'ਤੇ ਪ੍ਰਗਟ ਹੁੰਦੀ ਹੈ, ਉਹ ਸਮਾ ਜਾਂਦੇ ਨੇ। ਨਹੀਂ ਫਿਰ ਕਥਨ ਕਰਕੇ ਆਪਦੀ ਮਤ ਅਨੁਸਾਰ ਇਹ ਸੰਸਾਰ ਆ ਰਿਹਾ ਹੈ, ਜਾ ਰਿਹਾ ਵਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਹੀ ਜੀਵ ਆਏ, ਕਰੋੜਾਂ ਹੀ ਚਲੇ ਗਏ। ਦੇਂਦਾ ਦੇ ਲੈਂਦੇ ਥੱਕ ਪਏ। ਜੀਵ ਥੱਕ ਜਾਂਦੇ ਆ, ਸਰੀਰ ਪੁਰਾਣਾ ਹੋ ਜਾਂਦਾ ਹੈ, ਫਿਰ ਦੂਆ ਸਰੀਰ ਮਿਲਦਾ ਹੈ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਜਿਹੜੇ ਨਦਰ ਪ੍ਰਾਪਤ ਕਰ ਲੈਂਦੇ ਉਹਨੂੰ ਮੋਖ ਦੁਆਰ ਮੁਕਤੀ ਮਿਲ ਜਾਂਦੀ ਹੈ। ਜਿਹੜੇ ਕਰਮ 'ਚ ਫਸੇ ਰਹਿੰਦੇ ਹੈ, ਸਮਝਦੇ ਅਸੀਂ ਕੁਛ ਕਰ ਸਕਦੇ ਹਾਂ। ਜਬ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੌਨ ਮੈਂ ਫਿਰਤਾ। ਫਿਰ ਜੰਮਣ ਮਰਨ ਉਹਨੂੰ ਕੱਪੜਾ ਸਰੀਰ ਰੂਪੀ ਮਿਲਦਾ ਰਹਿੰਦਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਦਿੰਦਾ ਦੇ ਲੈਂਦੇ ਤੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ। ਜੁਗਾਂ ਤੋਂ ਜਦ ਦਾ ਸੰਸਾਰ ਸ਼ੁਰੂ ਹੋਇਆ, ਸਮਾਂ ਸ਼ੁਰੂ ਹੋਇਆ, ਜੁਗਾਦ ਸੱਚ ਜਦ ਦਾ ਜੀਵ ਖਾ ਰਿਹਾ ਹੈ, ਕੁਦਰਤ ਦੇ ਰਹੀ ਹੈ। ਹੁਕਮ ਚਲਾਏ ਰਾਹ, ਸਾਰਿਆਂ ਨੂੰ ਹੁਕਮ ਦੇ ਵਿੱਚ ਬੰਨ੍ਹ ਕੇ ਚਲਾ ਰਿਹਾ ਵਾ। ਕੁਦਰਤ ਹੈ, ਸ਼ਕਤੀ ਹੈ, ਉਹੀ ਤਾਂ ਨਾਮ ਹੈ। ਉਹਦਾ ਦਰਸ਼ਨ ਕਰਨਾ ਆਪਾਂ ਭਾਈ। ਹੁਕਮ ਚਲਾਏ ਰਾਹ, ਨਾਨਕ ਵਿਕਸੇ ਬੇਪਰਵਾਹ। ਵਿਕਸੇ ਤੋਂ ਭਾਵ ਖੁਸ਼ ਖਿੜਿਆ ਰਹਿਣਾ। ਉਹ ਬੇਪਰਵਾਹ, ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਉਹ ਵੀ ਬੇਪਰਵਾਹ ਹੋ ਜਾਂਦੇ ਨੇ। ਬੇਪਰਵਾਹ ਤੋਂ ਭਾਵ ਉਹਨਾਂ ਨੂੰ ਚਿੰਤਾ ਸੰਸਾਰ ਦੀ ਘਟ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ ਜਲ ਮੇਂ ਜਨ ਤੋਂ ਪਾਏ ਤਿਨਾ ਵੀ ਰੋਜੀ ਦੇ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵੀ ਅਗਨਤ ਭਰੇ ਭੰਡਾਰ। ਮਾਣਕੀ ਟੇਕ ਬਿਰਥੀ ਜਾਨ ਦੇਵਨ ਕੋ ਏਕ ਹੀ ਭਗਵਾਨ। ਉਹਨਾਂ ਦੀ ਵੀ ਚਿੰਤਾ ਘਟ ਜਾਂਦੀ ਹੈ। ਜਿਹੜੇ ਹਾਜ਼ਰ ਸਮਝਦੇ ਨੇ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਇਹ ਪ੍ਰਾਪਤੀ ਹੋਣੀ ਆਪਾਂ ਨੂੰ। ਨਦੀਆਂ ਪਵਹਿ ਸਮੁੰਦ ਨਾ ਜਾਣੀਏ। ਜਿਵੇਂ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੀ, ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦਾ, ਸਮੁੰਦਰ 'ਚੋਂ ਲੈਅ ਹੋ ਜਾਂਦੇ। ਇਵੇਂ ਜਿਹੜੇ ਗੁਰਸਿੱਖ ਗੁਰਸ਼ਬਦ ਦੀ ਕਮਾਈ ਕਰਦੇ ਆ, ਭਾਣੇ 'ਚ ਰਹਿੰਦੇ ਆ, ਗੁਰਮਤਿ ਅਨੁਸਾਰ ਚੱਲਦੇ ਆ, ਇੱਕ ਦਿਨ ਗੁਰੂ ਦਾ ਰੂਪ ਹੀ ਹੋ ਜਾਂਦੇ। ਆਓ ਆਪਾਂ ਵੀ ਇਹ ਪ੍ਰਾਪਤੀ ਕਰੀਏ, ਆਪਾਂ ਵੀ ਉਹਦੇ ਗੁਣ ਗਾਈਏ, ਸਾਡਾ ਵੀ ਸੰਸਾਰ 'ਚ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।